ਦਾ ਪੰਜਾਬ ਟਾਕ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਕਮਲਜੀਤ ਸਿੱਧੂ ਪ੍ਰੋਗਰਾਮ ਖਾਸ ਖਬਰ ਦੇ ਨਾਲ ਹਾਜ਼ਰ ਹਾਂ। ਦੋਸਤੋ, ਦੋ ਖਬਰਾਂ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ। ਉਹਨਾਂ ਵਿੱਚ ਪਹਿਲੀ ਖਬਰ ਇਹ ਆ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮੋਬਾਈਲ ਮਿਲਣ ਦੀਆਂ ਘਟਨਾਵਾਂ ਜਾਂ ਨਸ਼ਾ ਮਿਲਣ ਦੀਆਂ ਘਟਨਾਵਾਂ ਆਮ ਹੀ ਵਧੀਆਂ ਪਈਆਂ ਨੇ। ਪਰ ਗੱਲ ਸਿਰਫ ਮੋਬਾਈਲ ਮਿਲਣ ਦੀ ਆ ਤੇ ਇਸ ਦੇ ਬਾਰੇ ਹੁਣ ਫੈਸਲਾ ਹੋਣ ਜਾ ਰਿਹਾ ਕਿ ਜੈਮਰ ਜਿਹੜੇ ਆ ਉਹ ਲੱਗਣੇ ਚਾਹੀਦੇ ਆ, ਕਿਉਂਕਿ ਜੈਮਰ ਲੱਗੇ ਬਿਨਾਂ ਜਿਹੜਾ ਆ ਸੁਧਾਰ ਨਹੀਂ ਹੋ ਸਕਦਾ। ਤੇ ਦੂਸਰੀ ਖਬਰ ਇਹ ਹੈ ਪੱਤਰਕਾਰੀ ਦੇ ਮੁੱਦੇ ਬਾਰੇ ਆ। ਪੱਤਰਕਾਰੀ ਦੇ ਵਿੱਚ ਕੀ ਹੁੰਦਾ ਹੈ ਕਿ ਅੱਜ ਪੱਤਰਕਾਰੀ ਕਿਹੜੇ ਪਾਸੇ ਨੂੰ ਮੂੰਹ ਚੁੱਕ ਤੁਰੀ ਆ ਤੇ ਪੱਤਰਕਾਰਾਂ ਦਾ ਕੰਮ ਸੱਚ ਸਾਹਮਣੇ ਲਿਆਉਂਦਾ। ਇਹ ਕਿਹਾ ਆ ਉੱਗੇ ਪੱਤਰਕਾਰ ਪੀ ਸਾਈਨਾਥ ਨੇ। ਇਸ ਦੇ ਉੱਤੇ ਚਰਚਾ ਕਰਾਂਗੇ ਕਿ ਕਿਉਂ ਇਹ ਗੱਲ ਕਹੀ ਗਈ ਆ। ਅਸੀਂ ਮੀਡੀਆ ਵਾਲੇ ਤੇ ਮੀਡੀਆ ਦੇ ਜ਼ਰੀਏ ਹੀ ਇਹ ਮੁੱਦਾ ਜਿਹੜਾ ਹੈ ਅਸੀਂ ਉਠਾਵਾਂਗੇ। ਤੇ ਆਉਂਦੇ ਹਾਂ ਜੀ ਪਹਿਲੀ ਖਬਰ ਵਾਲੇ ਪਾਸੇ। ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕੀਤੀ ਜਾਵੇ ਨਾ ਤਾਂ ਹਰ ਰੋਜ਼ ਕੋਈ ਖਬਰ ਇਹੋ ਜਿਹੀ ਨਹੀਂ ਹੁੰਦੀ ਗੀ ਕਿ ਜਿਹਦੇ ਵਿੱਚ ਜੇਲ੍ਹ ਦਾ ਜ਼ਿਕਰ ਨਾ ਆਇਆ ਹੋਵੇ। ਹਰ ਰੋਜ਼ ਦੀਆਂ ਖਬਰਾਂ ਦੇ ਵਿੱਚ ਇੱਕ ਖਬਰ ਹੁੰਦੀ ਆ ਕਿ ਅੱਜ ਫਲਾਨੀ ਜੇਲ੍ਹ ਦੇ ਵਿੱਚੋਂ ਮੋਬਾਈਲ ਬਰਾਮਦ ਹੋਇਆ, ਅੱਜ ਉੱਥੇ ਬਰਾਮਦ ਹੋਇਆ। ਔਰ ਖ਼ਾਸ ਤੌਰ 'ਤੇ ਅੱਜ ਕੱਲ੍ਹ ਫਰੀਦਕੋਟ ਦੀ ਜਿਹੜੀ ਜੇਲ੍ਹ ਹੈ ਨਾ ਉਹ ਬਹੁਤ ਚਰਚਾ ਦੇ ਵਿੱਚ ਆ। ਫਰੀਦਕੋਟ ਦੀ ਜੇਲ੍ਹ ਦੇ ਵਿੱਚ ਕੋਈ ਦਿਨ ਹੀ ਸੁੱਕਾ ਟੱਪਦਾ ਹੋਊਗਾ ਜਿੱਦਾਂ ਸ਼ਾਇਦ ਉੱਥੋਂ ਕੋਈ ਮੋਬਾਈਲ ਮਿਲਣ ਦੀ ਘਟਨਾ ਨਾ ਆਉਂਦੀ ਹੋਵੇ। ਹਾਲਾਂਕਿ ਹੁਣ ਇਹ ਵੀ ਇੱਕ ਗੱਲ ਖਾਸ ਆ ਕਿ ਜਿੱਥੇ ਰੋਜ਼ਾਨਾ ਜੇਲ੍ਹ ਦੀ ਚੈਕਿੰਗ ਹੁੰਦੀ ਹੈ ਤੇ ਚੈਕਿੰਗ ਵਿੱਚ ਜੇ ਫੜੇ ਜਾਂਦੇ ਆ ਤੇ ਇੱਕ ਗੱਲ ਇਹ ਵੀ ਤਾਂ ਸਪਸ਼ਟ ਹੈ ਕਿ ਲੁਕੋ ਵੀ ਨਹੀਂ ਰਹੇਗੇ ਵੀ ਜੇਲ੍ਹ ਦੇ ਵਿੱਚੋਂ ਮਿਲ ਰਹੇ ਹੈਗੇ ਆ। ਤੇ ਕਾਰਨ ਕੀ ਬਣ ਰਹੇ ਹੈਗੇ ਆ? ਜੇਲ੍ਹਾਂ ਦੇ ਵਿੱਚੋਂ ਇੰਨੇ ਜ਼ਿਆਦਾ ਮੋਬਾਈਲ ਮਿਲ ਰਹੇ ਆ, ਕੌਣ ਪਹੁੰਚਾ ਰਿਹਾ? ਚਲੋ ਜੇ ਮੰਨ ਕੇ ਚਲੋ ਅੰਦਰ ਪਹੁੰਚੇ ਵੀ ਆ ਤਾਂ ਫਿਰ ਉਹ ਗਤੀਵਿਧੀਆਂ ਜਿਹੜੀਆਂ ਬਾਹਰ ਕਰਵਾ ਰਹੇ ਅੰਦਰ ਬੈਠੇ ਅਪਰਾਧੀ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੇ ਆ। ਅੰਮ੍ਰਿਤਸਰ ਦੀ ਜੇਲ੍ਹ ਦੀ ਗੱਲ ਕਰ ਲੈਂਦੇ ਆ। ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਪਿੱਛੇ ਜੇ ਕਈ ਘਟਨਾਵਾਂ ਹੋਈਆਂ ਜਿਹਦੇ ਵਿੱਚ ਪਤਾ ਲੱਗਾ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਅਪਰਾਧੀ ਆ ਉਹ ਪੂਰੀਆਂ ਗਤੀਵਿਧੀਆਂ ਚਲਾ ਰਹੇ। ਇਸੇ ਤਰ੍ਹਾਂ ਹੀ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲੈਂਦੇ ਆ। ਲਾਰੈਂਸ ਬਿਸ਼ਨੋਈ ਦੇ ਬਾਰੇ ਚਰਚਾ ਜਿਹੜੀ ਮੀਡੀਆ ਵਿੱਚ ਛਿੜੀ ਹੋਈ ਸੀ ਉਹ ਇਹ ਸੀਗੀ ਕਿ ਲਾਰੈਂਸ ਬਿਸ਼ਨੋਈ ਜਿਹੜਾ ਸੀਗਾ ਉੱਥੇ ਜੇਲ੍ਹ ਦੇ ਅੰਦਰੋਂ ਹੀ ਆਪਣੇ ਗੈਂਗ ਚਲਾ ਰਿਹਾ। ਔਰ ਬਹੁਤ ਸਾਰੇ ਜਿਹੜੇ ਗੈਂਗਸਟਰ ਆ ਉਹਨਾਂ ਦੇ ਬਾਰੇ ਇਹੀ ਗੱਲਾਂ ਖਬਰਾਂ ਸੁਰਖੀਆਂ ਵਿੱਚ ਰਹਿੰਦੀਆਂ ਕਿ ਗੈਂਗਸਟਰ ਜੇਲ੍ਹਾਂ ਦੇ ਅੰਦਰੋਂ ਜਿਹੜੇ ਆ ਉਹ ਵਾਰਦਾਤਾਂ ਕਰਵਾ ਰਹੇ ਆ, ਗੈਂਗ ਚਲਾ ਰਹੇ ਹੈਗੇ ਆ। ਸਿੱਧੂ ਮੂਸੇਵਾਲੇ ਦਾ ਕਤਲ ਵੀ ਇਸੇ ਤਰੀਕੇ ਨਾਲ ਹੋਇਆ। ਹੋਰ ਬਹੁਤ ਸਾਰੇ ਜਿਹੜੇ ਸੰਦੀਪ ਨੰਗਲੰਬੀਆ ਦਾ ਕਤਲ ਹੋਇਆ ਉਹ ਵੀ ਇਸੇ ਤਰੀਕੇ ਨਾਲ ਹੋਇਆ ਕਿਉਂਕਿ ਗੈਂਗਸਟਰ ਇਹ ਕੰਮ ਕਰਵਾ ਰਿਹਾ। ਪਰ ਹੈਰਾਨੀ ਦੀ ਗੱਲ ਹੈ ਕਿ ਜੇਲ੍ਹਾਂ ਜਿਹੜੀਆਂ ਨੇ ਉਹ ਤਾਂ ਇੱਕ ਵੱਡਾ ਸੁਧਾਰ ਘਰ ਨੇ। ਜੇਲ੍ਹਾਂ ਤਾਂ ਅੱਤ ਸੁਰੱਖਿਅਤ ਸਮਝੀਆਂ ਜਾਂਦੀਆਂ ਨੇ। ਫਿਰ ਉਹਨਾਂ ਜੇਲ੍ਹਾਂ ਦੇ ਵਿੱਚ ਹੀ ਇਹ ਸਾਰਾ ਕੁਝ ਜਿਹੜਾ ਆ ਉਹ ਕਿਵੇਂ ਪਣਪ ਰਿਹਾ ਹੈ? ਸਾਰਾ ਕੁਝ ਜ਼ਾਹਿਰ ਹੈ ਦੋ ਗੱਲਾਂ ਆ। ਜਾਂ ਤਾਂ ਫਿਰ ਅੰਦਰਲੇ ਜਿਹੜੇ ਮੁਲਾਜ਼ਮ ਹੈ ਉਹ ਵੱਡੀ ਪੱਧਰ ਦੇ ਉੱਤੇ ਜੁੜੇ ਹੋਏ ਆ, ਕਿਉਂਕਿ ਦੇਖੋ ਗੱਲ ਆਮ ਅਸੀਂ ਭਾਸ਼ਾ ਵਿੱਚ ਕਹਿੰਦੇ ਹੁੰਦੇ ਆ ਕਿ ਜਿੱਥੇ ਇੱਕ ਚਿੜੀ ਨਹੀਂ ਪੈਰ ਮਾਰ ਸਕਦੀ ਤੇ ਉੱਥੇ ਅੰਦਰ ਅਪਰਾਧੀ ਜਿਹੜੇ ਨੇ ਜੇਲ੍ਹ ਦੇ ਵਿੱਚ ਸਜ਼ਾਵਾਂ ਭੁਗਤ ਰਹੇ ਨੇ ਉਹਨਾਂ ਦੇ ਕੋਲੋਂ ਮੋਬਾਈਲ ਜਿਹੜੇ ਆ ਉਹ ਕਿਵੇਂ ਪਹੁੰਚ ਜਾਂਦੇ ਆ, ਕਿਵੇਂ ਮਿਲਦੇ ਉੱਥੇ ਮੋਬਾਈਲ? ਇਹ ਗੱਲਾਂ ਹੈਰਾਨ ਕਰਦੀਆਂ ਹੈਗੀਆਂ। ਇਸ ਦੇ ਬਾਵਜੂਦ ਵੀ ਜਿਹੜਾ ਆ ਕਿ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਣ ਦਾ ਜਿਹੜਾ ਇਹ ਕੰਮ ਆ ਉਹ ਬੰਦ ਨਹੀਂ ਹੋ ਰਿਹਾ, ਲਗਾਤਾਰ ਵੱਧ ਰਿਹਾ ਹੈ। ਇਹ ਵੱਧ ਰਿਹਾ ਕੰਮ ਜਿਹੜਾ ਆ ਇਸ ਦੇ ਉੱਤੇ ਹੀ ਗੱਲਬਾਤ ਆ ਕਿ ਜੇ ਜੈਮਰ ਲੱਗੇ ਹੁਣ ਆਮ ਤੌਰ 'ਤੇ ਅਸੀਂ ਦੇਖਦੇ ਹਾਂ, ਅਸੀਂ ਸਰਹੱਦੀ ਏਰੀਏ 'ਚ ਚਲੇ ਜਾਂਦੇ ਹਾਂ। ਸਰਹੱਦੀ ਏਰੀਏ ਵਿੱਚ ਜਾ ਕੇ ਨਾ ਸਾਡੇ ਜਿਹੜੇ ਮੋਬਾਈਲ ਆ, ਕਈ ਵਾਰੀ ਅਸੀਂ ਦੇਖਿਆ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਜਦੋਂ ਅਸੀਂ ਅਟਾਰੀ ਵਾਹਗੇ ਦੀ ਅਸੀਂ ਰਟੀਟਸ ਰੈਮਨੀ ਦੇਖਣ ਜਾਂਦੇ ਹਾਂ, ਉੱਥੇ ਜੈਮਰ ਲੱਗੇ ਹੁੰਦੇ ਆ। ਸਾਡੇ ਮੋਬਾਈਲ ਜਿਹੜੇ ਉੱਥੇ ਬੰਦ ਹੋ ਜਾਂਦੇ ਆ। ਕਈ ਇਹੋ ਜਿਹੀਆਂ ਥਾਵਾਂ ਦੇ ਉੱਤੇ ਅਸੀਂ ਆਮ ਜਾਂਦੇ ਹਾਂ ਜਿੱਥੇ ਸਾਨੂੰ ਪਤਾ ਲੱਗਦਾ ਲਓ ਜੀ ਇੱਥੇ ਤਾਂ ਸਾਡਾ ਮੋਬਾਈਲ ਹੀ ਨਹੀਂ ਚੱਲਦਾ ਗਾ, ਜੈਮਰ ਲੱਗੇ ਆ। ਅਸੀਂ ਵਿੱਦਿਅਕ ਅਦਾਰਿਆਂ ਵਿੱਚ ਵੀ ਦੇਖਿਆ, ਉੱਥੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਨਾ ਜੈਮਰ ਲੱਗੇ ਹੋਏ ਆ ਤੇ ਉੱਥੇ ਜਿਹੜਾ ਕੋਈ ਵੀ ਇਸ ਤਰੀਕੇ ਦੀ ਗਤੀਵਿਧੀ ਨਹੀਂ ਹੋਣ ਦਿੱਤੀ ਜਾਂਦੀ। ਤੇ ਜੇ ਜੈਮਰ ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲੱਗ ਜਾਣ ਜਿੱਥੇ ਇੰਨੀਆਂ ਗਤੀਵਿਧੀਆਂ ਹੋ ਰਹੀਆਂ ਨੇ, ਦੇਸ਼ ਦੀਆਂ ਜੇਲ੍ਹਾਂ ਵਿੱਚ ਵੀ ਲੱਗ ਜਾਣ ਇੰਨੀਆਂ ਗਤੀਵਿਧੀਆਂ, ਜਾਂ ਜਿਹੜੇ ਅਪਰਾਧੀ ਅੰਦਰ ਬੈਠ ਕੇ ਮੋਬਾਈਲਾਂ ਦੇ ਜ਼ਰੀਏ ਸਾਰੀਆਂ ਗਤੀਵਿਧੀਆਂ ਕਰਵਾ ਰਹੇ ਨੇ ਤਾਂ ਵੱਡੀ ਠੱਲ ਜਿਹੜੀ ਆ ਉਹ ਪੈ ਸਕਦੀ ਹੈ। ਜੈਮਰ ਲੱਗਣਾ ਇਸ ਟਾਈਮ ਬੇਹੱਦ ਜ਼ਰੂਰੀ ਆ ਕਿਉਂਕਿ ਸਾਡੇ ਕੋਲ ਜੇਲ੍ਹਾਂ ਦੇ ਵਿੱਚ ਮੋਬਾਈਲ ਜਿਹੜੇ ਆ ਉਹ ਨਹੀਂ ਪਤਾ ਵੀ ਹੁਣ ਕਿਹੜੀਆਂ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਬੈਠੀਆਂ ਆ ਜਿਹੜੇ ਇਹ ਕੰਮ ਕਰਵਾ ਰਹੇ ਆ। ਤੇ ਜੇ ਉਹ ਬਾਜ਼ ਆ ਜਾਣ ਤਾਂ ਫਿਰ ਹੋ ਸਕਦਾ ਹੈ ਕਿ ਪੰਜਾਬ ਜਿਹੜੀ ਆ ਉਹ ਸੁਰੱਖਿਆ ਪੱਖੋਂ ਜਿਹੜਾ ਹੋਰ ਮਜ਼ਬੂਤ ਹੋ ਜਾਵੇ। ਜੇ ਇਹ ਕੰਮ ਨਾ ਹੋਣ ਤਾਂ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੋਟਿਸ ਦੇ ਉੱਤੇ ਜੇਲ੍ਹ ਵਿਭਾਗ ਦੇ IG RK ਅਰੋੜਾ ਨੇ ਹਾਈ ਕੋਰਟ ਦਾ ਸਟੇਟਸ ਰਿਪੋਰਟ ਜਿਹੜੀ ਸੀਗੀ ਉਹ ਪੇਸ਼ ਕੀਤੀ ਹੈ। ਇਸ ਵਿੱਚ ਸਰਕਾਰ ਨੇ ਕਿਹਾ ਹੈ ਕਿ ਵਿੱਤ ਵਿਭਾਗ ਤੋਂ ਮਨਜ਼ੂਰੀ ਮਿਲਣ ਬਾਅਦ 6 ਤੋਂ 9 ਮਹੀਨਿਆਂ ਦੇ ਵਿੱਚ ਜੇਲ੍ਹਾਂ ਵਿੱਚ ਜੈਮਰ ਲਗਾਉਣੇ ਸੰਭਵ ਹੋ ਜਾਣਗੇ। ਜ਼ਰੂਰੀ ਹੈ
ਇਹ ਹੁਣ ਰਿਪੋਰਟ ਵੀ ਆਈ ਆ ਕਿ ਲੱਗਣੇ ਕਦੋਂ ਆ, ਕਿਉਂਕਿ ਗੱਲ ਅਸੀਂ ਜੇਲ੍ਹ ਮੰਤਰੀ ਪੰਜਾਬ ਜਿਹੜੇ ਨੇ ਹਰਜੋਤ ਬੈਂਸ ਉਹਨਾਂ ਦੀ ਕਰਦੇ ਹਾਂ। ਉਹਨਾਂ ਨੇ ਵੀ ਕਿਹਾ ਸੀ ਬਈ ਜਲਦੀ ਜੇਲ੍ਹਾਂ ਦੇ ਵਿੱਚ ਜੈਮਰ ਲੱਗੇ ਜਾਣਗੇ, ਵੀ ਹੁਣ ਜਿੰਨੀਆਂ ਜੇਲ੍ਹਾਂ ਪੰਜਾਬ ਦੀਆਂ ਉਹਨਾਂ ਵਿੱਚੋਂ ਹੁਣ ਕੋਈ ਮੋਬਾਈਲ ਮਿਲਦੀਆਂ ਖਬਰਾਂ ਨਹੀਂ ਆਉਣਗੀਆਂ। ਪਰ ਜਿੱਦਾਂ ਦਾ ਉਹਨਾਂ ਦਾ ਬਿਆਨ ਆਇਆ ਉੱਦਾਂ ਦੇ ਇੰਨੇ ਜ਼ਿਆਦਾ ਖਬਰਾਂ ਆਈਆਂ। ਅੰਮ੍ਰਿਤਸਰ ਹੋ ਗਿਆ, ਫਰੀਦਕੋਟ ਹੋ ਗਿਆ, ਲੁਧਿਆਣਾ ਹੋ ਗਿਆ, ਬਠਿੰਡਾ ਹੋ ਗਿਆ, ਫਿਰੋਜ਼ਪੁਰ ਜੇਲ੍ਹ ਹੋ ਗਈ। ਫਿਰੋਜ਼ਪੁਰ ਤੇ ਫਰੀਦਕੋਟ ਤਾਂ ਇਸ ਟਾਈਮ ਪੰਜਾਬ ਦੀਆਂ ਜੇਲ੍ਹਾਂ 'ਚ ਨੰਬਰ 1 ਜੇਲ੍ਹਾਂ ਆ ਜਿੱਥੋਂ ਮੋਬਾਈਲ ਮਿਲਣੇ ਆਮ ਗੱਲਾਂ ਹੋਈਆਂ ਪਈਆਂ ਆ। ਕੋਈ ਡਰ ਡੁੱਕਰ ਹੀ ਨਹੀਂ ਗਾ, ਕੌਣ ਪਹੁੰਚਾ ਰਿਹਾ, ਕੌਣ ਕਰ ਰਿਹਾ, ਕਿ ਅੰਦਰ ਮੁਲਾਜ਼ਮ ਹੀ ਰਲੇ ਹੋਏ ਆ। ਇਹ ਗੱਲਾਂ ਬੜਾ ਮਤਲਬ ਹੈਰਾਨੀ ਪ੍ਰਗਟ ਕਰਦੀਆਂ। ਔਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਅੱਜ ਦੀ ਨਹੀਂ, ਪਿਛਲੇ 10-15 ਸਾਲਾਂ ਤੋਂ ਇਹ ਘਟਨਾਵਾਂ ਮਿਲਦੀਆਂ ਖਬਰਾਂ ਜਿਹੜੀਆਂ ਨੇ ਇਹ ਆਮ ਹੀ ਹੋਈਆਂ ਪਈਆਂ ਹੈ। ਇਸ ਵਿੱਚ ਸਰਕਾਰ ਨੇ ਕਿਹਾ ਹੈ ਕਿ ਵਿੱਤ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ 6 ਤੋਂ 9 ਮਹੀਨਿਆਂ ਦੇ ਵਿੱਚ ਜਿਹੜੇ ਜੈਮਰ ਆ ਉਹ ਲਗਾਉਣੇ ਸੰਭਵ ਹੋ ਜਾਣਗੇ। ਰਿਪੋਰਟਾਂ ਦੇ ਅਨੁਸਾਰ ਜੈਮਰਾਂ ਦੀ ਖਰੀਦ ਦੀ ਮਨਜ਼ੂਰੀ ਦੇਣ ਲਈ ਕੈਬਨਿਟ ਸਕੱਤਰੇਤ ਨੋਡਲ ਅਥਾਰਟੀ ਹੈ, ਜਿਸ ਦੇ ਵਿੱਚ ਕੈਬਨਿਟ ਸਕੱਤਰਤ ਜਿਹੜੀ ਇਹ ਸੁਰੱਖਿਆ ਦੁਆਰਾ ਦਿੱਤੇ ਜੈਮਰਾਂ ਦੀ ਖਰੀਦ ਲਈ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮੌਜੂਦਾ ਸਮੇਂ ਵਿੱਚ 2 ਜਨਤਕ ਖੇਤਰ ਜਿਹੜੇ ਨੇ, ਤਾਂ ਮੌਜੂਦਾ ਸਮੇਂ ਦੇ ਵਿੱਚ 2 ਜਨਤਕ ਖੇਤਰ ਉਦਯੋਗਿਕ ਸੰਸਥਾਵਾਂ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਅਤੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਜੈਮਰਾਂ ਦੀ ਖਰੀਦ ਲਈ ਪ੍ਰਵਾਨਿਤ ਸਰੋਤ ਆ, ਵੀ ਇਹਨਾਂ ਕੋਲ ਹੀ ਖਰੀਦੋ। ਇਹਨਾਂ ਦੇ ਜਿਹੜੇ ਆ ਉਹ ਜ਼ਿਆਦਾ ਮਜ਼ਬੂਤ ਆ, ਜ਼ਿਆਦਾ ਸੁਰੱਖਿਅਤ ਆ। ਪੰਜਾਬ ਸਰਕਾਰ ਨੇ BSNL ਨੂੰ ਜੈਮਰਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਕਿਉਂਕਿ ਇਸ ਨੂੰ ਕੈਬਨਿਟ ਸਕੱਤਰਤ ਤੋਂ ਮਨਜ਼ੂਰੀ ਨਹੀਂ ਹੈ। ਜੈਮਰ ਲਗਾਉਣ ਸੰਬੰਧੀ ਸੰਭਾਵੀ ਸਮਾਂ ਯੋਜਨਾ ਵੀ ਅਦਾਲਤ ਵਿੱਚ ਰੱਖੀ ਗਈ ਸੀ। ਇਸ ਦੇ ਅਨੁਸਾਰ BEL 9 ਮਹੀਨਿਆਂ ਦੇ ਵਿੱਚ ਜਿਹੜੇ ਜੈਮਰ ਆ ਇਹਦੀ ਸਪਲਾਈ ਕਰੂਗੀ ਤੇ ਵਿੱਤ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ECIL 6 ਮਹੀਨਿਆਂ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਚੰਡੀਗੜ੍ਹ ਤੋਂ ਬਾਹਰ ਹੋਣ ਕਾਰਨ ਬੁੱਧਵਾਰ ਨੂੰ ਇਸ ਮਾਮਲੇ ਤੇ ਜਿਹੜੀ ਸੀਗੀ ਹੁਣ ਬਹਿਸ ਨਹੀਂ ਹੋ ਸਕੇਗੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਜਿਹੜੀ ਸੀ ਮੁਲਤਵੀ ਕਰ ਦਿੱਤੀ ਸੀ। ਹੁਣ ਗੱਲ ਕਰਦੇ ਹਾਂ ਕਿ ਹਾਈ ਕੋਰਟ ਨੇ ਪਿਛਲੀ ਸੁਣਵਾਈ ਤੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਕਰਨ 'ਚ ਨਾਕਾਮ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰੀ ਕਿਉਂ ਨਹੀਂ ਦੇ ਰਹੀ। ਅਦਾਲਤ ਨੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਸਰਕਾਰ ਕਿਰਾਏ ਉੱਤੇ ਜੇਲ੍ਹਾਂ 'ਚ 4G ਜੈਮਰ ਲਗਾਉਣ ਦੀ ਗੱਲ ਕਰ ਰਹੀ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਸੁਰੱਖਿਆ ਦੇ ਮਾਮਲੇ ਵਿੱਚ ਪੈਸੇ ਦੀ ਚਿੰਤਾ ਕਿਉਂ ਕੀਤੀ ਜਾ ਰਹੀ ਹੈ। 5G ਦੇ ਦੌਰ ਵਿੱਚ ਪੰਜਾਬ ਸਰਕਾਰ 4G ਤਕਨੀਕ ਤੇ ਜੈਮਰ ਵੀ ਨਹੀਂ ਲਗਾ ਸਕੀ ਤਾਂ ਪੰਜਾਬ ਸਰਕਾਰ ਦੇ ਰਵੱਈਏ ਤੇ ਸਵਾਲ ਉਠਾਉਂਦੇ ਹੋਏ ਬੈਂਚ ਨੇ ਕਿਹਾ ਸੀ ਕਿ ਇਹ ਪਟੀਸ਼ਨ 2011 ਤੋਂ ਪੈਂਡਿੰਗ ਹੈ ਅਤੇ ਸਰਕਾਰ ਦੇ ਰਵੱਈਏ ਨੂੰ ਦੇਖ ਕੇ ਲੱਗਦਾ ਆ ਕਿ 13 ਜ਼ਿਲ੍ਹਿਆਂ ਵਿੱਚ ਕਦੇ ਵੀ ਜੈਮਰ ਨਹੀਂ ਲਗਾਏ ਜਾ ਸਕਦੇ। ਹੁਣ ਗੱਲ ਕਰਦੇ ਹਾਂ ਪਿਛਲੀਆਂ ਸਰਕਾਰਾਂ ਦੇ ਬਾਰੇ ਵਿੱਚ। ਕੈਪਟਨ ਅਮਰਿੰਦਰ ਸਿੰਘ ਸਰਕਾਰ ਆਈ ਤੇ ਚਾਹੇ ਚੰਨੀ ਸਰਕਾਰ ਆਈ ਤੇ ਚਾਹੇ ਉਸ ਤੋਂ ਪਹਿਲਾਂ 2017 ਤੱਕ ਜਿਹੜੀ ਸੀਗੀ ਅਕਾਲੀ ਭਾਜਪਾ ਸਰਕਾਰ ਦੀ ਗੱਲ ਕੀਤੀ ਜਾਵੇ, ਇਹਨਾਂ ਸਰਕਾਰਾਂ ਦੇ ਵੇਲੇ ਵੀ ਜੇਲ੍ਹਾਂ ਦੇ ਵਿੱਚ ਜਿਹੀਆਂ ਘਟਨਾਵਾਂ ਆਮ ਹੀ ਹੁੰਦੀਆਂ ਸੀਗੀਆਂ ਕਿ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਦੇ ਸੀਗੇ। ਹੁਣ ਮੋਬਾਈਲ ਮਿਲਣਾ ਜਾਂ ਜੇਲ੍ਹਾਂ ਦੇ ਵਿੱਚੋਂ ਨਸ਼ੇ ਮਿਲਣਾ ਇਹ ਵੱਡੀ ਹੈਰਾਨੀ ਪ੍ਰਗਟ ਕਰਦੀ ਹੈ ਕਿ ਅਸੀਂ ਤਾਂ ਮੰਨਦੇ ਹਾਂ ਕਿ ਜੇਲ੍ਹਾਂ ਦੇ ਬਾਹਰ ਸੁਧਾਰ ਘਰ ਲਿਖਿਆ ਹੋਇਆ ਤੇ ਫਿਰ ਜੇ ਮੁਲਜ਼ਮ ਪਾਏ ਜਾਂਦੇ ਨੇ ਮੁਲਾਜ਼ਮ ਇਹਨਾਂ ਦੇ ਵਿੱਚ ਤਾਂ ਫਿਰ ਉਹਨਾਂ ਦਾ ਸੁਧਾਰ ਵੀ ਹੋਣਾ ਚਾਹੀਦਾ, ਫਿਰ ਉਹਨਾਂ ਦੇ ਉੱਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ। ਤੇ ਆਖਿਰ ਕਿਵੇਂ ਪੁੱਜ ਰਿਹਾ ਜੇਲ੍ਹਾਂ ਦੇ ਵਿੱਚ ਨਸ਼ਾ, ਆਖਿਰ ਕਿੱਦਾਂ ਪੁੱਜ ਰਹੇ ਨੇ ਜੇਲ੍ਹਾਂ ਦੇ ਵਿੱਚ ਮੋਬਾਈਲ। ਹਾਲਾਂਕਿ ਇੱਥੇ ਮੈਂ ਫਿਰ ਜ਼ਿਕਰ ਕਰ ਲੈਣਾ ਚਾਹੂੰਗਾ ਕਿ ਆਮ ਤੌਰ ਤੇ ਹੁੰਦਾ ਕੀ ਸੀਗਾ 15-20 ਸਾਲ ਪਹਿਲਾਂ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਟੈਲੀਫੋਨ ਲੱਗੇ ਸੀ ਚੋਗੇ ਵਾਲੇ ਉਹ ਉੱਥੇ ਆਮ ਹੁੰਦੇ ਸੀਗੇ। ਤਾਂ ਜੇਲ੍ਹਾਂ ਦੇ ਵਿੱਚੋਂ ਜਿਹੜਾ ਸੀਗਾ ਹਰੇਕ ਕੈਦੀ ਜਾਂ ਹਵਾਲਾਤੀ ਨੂੰ ਜਿਹੜਾ ਆ ਆਪਦੇ ਘਰੇ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਸੀਗਾ ਔਰ ਉਹਨੂੰ ਕਾਲ ਕਰਨ ਦਾ ਮੌਕਾ ਦਿੱਤਾ ਜਾਂਦਾ ਸੀਗਾ। ਉਹਦੇ ਵਾਸਤੇ ਸਪੈਸ਼ਲ ਜਿਹੜੇ ਸੀਗੇ ਅੰਦਰ ਹਵਾਲਾਤੀ ਕੈਦੀ ਉਹ ਪੁਲਿਸ ਅਧਿਕਾਰੀ ਜੀ ਦੀ ਡਿਊਟੀ ਲੱਗੀ ਹੁੰਦੀ ਸੀ, ਉਹਨੂੰ ਆਪਣੇ ਨਾਮ ਜਿਹੜੇ ਸੀਗੇ ਉਹ ਲਿਖਾ ਦਿੰਦੇ ਸੀ ਵੀ ਅਸੀਂ ਆਪਦੇ ਘਰੇ ਫੋਨ ਕਰਨਾ ਹੈ। ਤਾਂ ਅੰਦਰੋਂ ਫਿਰ ਉਹ ਘਰੇ ਫੋਨ ਮਿਲਾ ਕੇ ਘਰਦਿਆਂ ਨਾਲ ਜਿਹੜੀ ਗੱਲਬਾਤ ਕਰਾ ਦਿੰਦੇ ਸੀਗੇ। ਪਰ ਉਸ ਤੋਂ ਬਾਅਦ ਫਿਰ ਜਦੋਂ ਆ ਮੋਬਾਈਲਾਂ ਦਾ ਯੁੱਗ ਸ਼ੁਰੂ ਹੋਇਆ ਇਸ ਤੋਂ ਬਾਅਦ ਤਾਂ ਇਹ ਹੋ ਗਿਆ ਕਿ ਮੋਬਾਈਲ ਹੀ ਅੰਦਰ ਪਹੁੰਚਣੇ ਸ਼ੁਰੂ ਹੋ ਗਏ। ਜਦੋਂ ਵੀ ਕਿਸੇ ਵੀ ਕੈਦੀ ਨੂੰ ਜਾਂ ਹਵਾਲਾਤੀ ਨੂੰ ਪੇਸ਼ੀ ਤੇ ਲਿਆਂਦਾ ਜਾਂਦਾ ਜਾਂ ਉਹਦੀ ਤਰੀਕ ਆਉਂਦੀ ਉਹ ਤੇ ਲਿਆਂਦਾ ਜਾਂਦਾ ਆ ਤੇ ਆਉਣ ਲੱਗਿਆਂ ਬਾਹਰ ਵੀ ਚੈੱਕ ਕੀਤਾ ਜਾਂਦਾ ਆ। ਉਸ ਤੋਂ ਬਾਅਦ ਜਦੋਂ ਬਾਹਰੋਂ ਅੰਦਰ ਲਿਜਾਂਦੇ ਆ
ਫਿਰ ਵੀ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਜਾਂਚ ਕੀਤੀ ਜਾਂਦੀ ਹੈ ਵੀ ਇਹ ਕੁਛ ਇਹੋ ਜਿਹੀ ਚੀਜ਼ ਤਾਂ ਨਹੀਂ ਲੈ ਕੇ ਆਇਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇੰਨੀਆਂ ਚੈਕਾਂ ਜੇਲ੍ਹਾਂ ਦੇ ਵਿੱਚ ਹੁੰਦੀਆਂ, ਇਹਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਦੇ ਆ, ਤੇ ਜ਼ਾਹਿਰ ਹੈ ਕਿ ਇਹਦੇ ਵਿੱਚ ਇੱਕ ਵੱਡੀ ਮਿਲੀ ਭੁਗਤ ਪੁਲਿਸ ਵਾਲਿਆਂ ਦੀ ਆਪਣੀ ਵੀ ਹੋ ਸਕਦੀ ਹੈ। ਜੇਲ੍ਹ ਪ੍ਰਸ਼ਾਸਨ ਦੇ ਵਿੱਚ ਹੀ ਕੁਛ ਇਹੋ ਜਿਹੇ ਕਾਲੇ ਕਾਰਨਾਮੇ ਕਰਨ ਵਾਲੇ ਲੋਕ ਆ ਜਿਹੜੇ ਪੈਸਾ ਖਾ ਰਹੇ ਆ, ਔਰ ਜਿਨ੍ਹਾਂ ਦੀਆਂ ਹਰਕਤਾਂ ਇਹ ਆ ਕਿ ਚੁੱਪ ਕਰਕੇ ਉਹ ਅੰਦਰ ਜਿਹੜੇ ਨੇ ਮੋਬਾਈਲ ਪਹੁੰਚਾ ਰਹੇ ਨੇ, ਜਿਸ ਕਰਕੇ ਸਰਕਾਰਾਂ ਦਾਅਵੇ ਕਰਦੀਆਂ ਰਹਿ ਜਾਂਦੀਆਂ ਆ। ਸਰਕਾਰਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ, ਜਿਵੇਂ ਕਿ ਹੁਣ ਆਪ ਸਰਕਾਰ ਦੇ ਜੇਲ੍ਹ ਮੰਤਰੀ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀਗਾ ਕਿ ਹੁਣ ਨਹੀਂ ਕਿਸੇ ਜੇਲ੍ਹ ਦੇ ਵਿੱਚੋਂ ਮੋਬਾਈਲ ਮਿਲਣਗੇ, ਪਰ ਜਿੱਦਣ ਦੀ ਉਹਨਾਂ ਨੇ ਗੱਲ ਕੀਤੀ ਆ ਉਸ ਤੋਂ ਬਾਅਦ ਲਗਾਤਾਰ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਣ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਆਮ ਹੋ ਰਹੀਆਂ ਨੇ। ਤੇ ਠੱਲ ਕਿਵੇਂ ਪਊਗੀ, ਇਸ ਦੇ ਉੱਤੇ ਹੀ ਗੱਲਬਾਤ ਹੋ ਰਹੀ ਹੈ। ਹੁਣ ਜਿਹੜੀ ਠੱਲ ਆ ਉਹ ਕਿਵੇਂ ਪਊਗੀ, ਇਸ ਦੇ ਉੱਤੇ ਗੱਲਬਾਤ ਹੋ ਰਹੀ ਹੈ ਕਿ ਕਿਉਂ ਇਹੋ ਜਿਹਾ ਕੁਝ ਹੋ ਰਿਹਾ ਹੈ ਕਿ ਸੁਰੱਖਿਅਤ ਮੰਨੀਆਂ ਜਾਂਦੀਆਂ ਇਹਨਾਂ ਜੇਲ੍ਹਾਂ ਦੇ ਅੰਦਰ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਸੀ ਉਹ ਚੀਜ਼ ਹੋ ਰਹੀ ਆ। ਆਖਰ ਰੋਕ ਲਾਉਣ ਦੇ ਵਿੱਚ ਕਿਹੜੀਆਂ ਸ਼ਕਤੀਆਂ ਜਿਹੜੀਆਂ ਉਹ ਆੜੇ ਆ ਰਹੀਆਂ ਨੇ ਕਿ ਬਾਵਜੂਦ ਇਸ ਦੇ ਕਿ ਸਰਕਾਰ ਕੁਝ ਕਰੇ, ਸਰਕਾਰ ਦਾਅਵੇ ਕਰੇ, ਤੇ ਇਸ ਤੋਂ ਪਹਿਲਾਂ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ। ਤਾਂ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਕਿ ਹੁਣ ਜਿਹੜੇ ਜੈਮਰ ਆ ਉਹ ਹਰ ਹਾਲੇ ਜਲਦੀ ਤੋਂ ਜਲਦੀ ਜੇ ਲੱਗ ਜਾਣ ਤਾਂ ਫਿਰ ਇਹ ਹੋ ਸਕਦਾ ਕਿ ਭਾਵੇਂ ਅੰਦਰ ਮੋਬਾਈਲ ਚਲੇ ਵੀ ਜਾਣ, ਇਸ ਦੇ ਬਾਵਜੂਦ ਵੀ ਜੈਮਰਾਂ ਦੀ ਵਜ੍ਹਾ ਕਰਕੇ ਉਹ ਬਾਹਰ ਕਾਲ ਨਹੀਂ ਕਰ ਸਕਦਾ। ਔਰ ਜਿਸ ਤਰੀਕੇ ਨਾਲ ਇਹ ਵੀ ਪਤਾ ਲੱਗਾ ਸੀ ਕਿ ਜੇਲ੍ਹ ਦੇ ਅੰਦਰੋਂ ਹੀ ਗਤੀਵਿਧੀਆਂ ਕੀਤੀਆਂ ਗਈਆਂ ਤਾਂ ਹੀ ਸਿੱਧੂ ਮੂਸੇਵਾਲੇ ਵਰਗੇ ਮਹਾਨ ਗਾਇਕ ਦਾ ਜਿਹੜਾ ਸੀਗਾ ਉਹ ਕਤਲ ਹੋ ਜਾਂਦਾ ਆ। ਔਰ ਬਾਕੀ ਜਿਹੜੇ ਬਹੁਤ ਸਾਰੇ ਹੋਰ ਕਤਲ ਇੱਦਾਂ ਦੇ ਅਸੀਂ ਦੇਖੇ ਹੈਗੇ ਆ, ਉਹ ਜੇਲ੍ਹ ਦੇ ਅੰਦਰੋਂ ਹੀ ਗਤੀਵਿਧੀਆਂ ਜਿਹੜੀਆਂ ਆ ਉਹ ਚਲਾਈਆਂ ਜਾਂਦੀਆਂ ਸੀ। ਤੇ ਜੇ ਜੇਲ੍ਹਾਂ ਦੇ ਵਿੱਚ ਇੱਦਾਂ ਜੈਮਰ ਲੱਗੇ ਹੋਣ ਜਿਹੜੇ ਕਿ ਬਹੁਤ ਸਾਲ ਪਹਿਲਾਂ ਲੱਗਣੇ ਚਾਹੀਦੇ ਸੀਗੇ, ਸਰਕਾਰਾਂ ਦੀਆਂ ਥੋੜ੍ਹੀਆਂ ਜਿਹੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਜਾਂ ਠੋਸ ਕਦਮੀ ਕੋਈ ਹੀਲਾ ਨਾ ਕਰਨ ਦੀ ਵਜ੍ਹਾ ਕਰਕੇ ਉਹ ਕੰਮ ਰੁਕਿਆ ਰਿਹਾ। ਇਸ ਲਈ ਇਹ ਜ਼ਰੂਰੀ ਹੈ ਕਿ ਹੁਣ ਜੇ ਜੈਮਰ ਲੱਗਦੇ ਆ ਤਾਂ ਉਮੀਦ ਕਰ ਸਕਦੇ ਹਾਂ ਕਿ ਸਰਕਾਰ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਆਪਦੀ ਵੀ ਸਿਰਦਰਦੀ ਜਿਹੜੀ ਆ ਉਹ ਘਟ ਸਕਦੀ ਆ। ਔਰ ਜਿਸ ਤਰੀਕੇ ਦੀਆਂ ਇਹ ਗਲਤ ਗਤੀਵਿਧੀਆਂ ਪੰਜਾਬ ਦੇ ਵਿੱਚ ਪਣਪ ਰਹੀਆਂ ਆ, ਇਹਨਾਂ ਨੂੰ ਠੱਲ ਪਾਈ ਜਾ ਸਕਦੀ ਆ। ਹੁਣ ਆਉਂਦੇ ਆ ਜੀ ਅਗਲੀ ਖਬਰ ਵੱਲ। ਖਬਰ ਇਹ ਹੈ ਕਿ ਪੱਤਰਕਾਰਾਂ ਦਾ ਕੰਮ ਹੁੰਦਾ ਆ ਕਿ ਸੱਚ ਸਾਹਮਣੇ ਲਿਆਉਣਾ। ਦੋਸਤੋ ਇਹ ਮੁੱਦਾ ਇਸ ਕਰਕੇ ਮੈਂ ਛੋਇਆ ਹੈ ਕਿ ਜ਼ਰੂਰੀ ਇਹ ਹੈ ਕਿ ਅੱਜ ਪੱਤਰਕਾਰੀ ਜਿਹੜੀ ਆ ਉਹ ਕਿਸ ਦਿਸ਼ਾ ਬੰਨੀ ਜਾ ਰਹੀ ਹੈ। ਕਮਲੇਸ਼ ਸਿੰਘ ਦੁੱਗਲ ਪੱਤਰਕਾਰੀ ਵਿਭਾਗ ਦੇ ਜਿਹੜੇ ਨੇ ਉਹ ਪ੍ਰੋਫੈਸਰ ਨੇ, ਮੈਂ ਉਹਨਾਂ ਦੀ ਗੱਲ ਅਕਸਰ ਕਰਦਾ ਹੁੰਦਾ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਪੱਤਰਕਾਰੀ ਦਾ ਘਰ ਜਿਹੜਾ ਆ ਉਹ ਦੂਰ ਹੈ, ਵਾਕਈ ਦੂਰ ਹੈ, ਕਿਉਂਕਿ ਪੱਤਰਕਾਰੀ ਨੂੰ ਸਮਝਣਾ ਬਹੁਤ ਔਖੀ ਗੱਲ ਹੈ। ਔਰ ਇਹ ਵੀ ਸਮਝਣਾ ਬਹੁਤ ਔਖੀ ਗੱਲ ਹੈ ਕਿ ਤੁਸੀਂ ਗੱਲ ਕੀ ਕਰਨੀ ਆ, ਕਦੋਂ ਕਰਨੀ ਆ, ਕਿਸ ਵਿਸ਼ੇ 'ਤੇ ਕਰਨੀ ਆ, ਕੀ ਬੋਲਣਾ। ਕਿਤੇ ਇਹ ਤਾਂ ਨਹੀਂ ਕਿ ਤੁਹਾਡੀ ਪੱਤਰਕਾਰੀ ਦੀ ਵਜ੍ਹਾ ਕਰਕੇ ਸਮਾਜ ਦੇ ਵਿੱਚ ਵੱਡਾ ਬਵਾਲ ਮੱਚਦਾ ਹੋਵੇ, ਵੱਡਾ ਵਿਵਾਦ ਜਿਹੜਾ ਉਹ ਖੜਾ ਹੁੰਦਾ ਹੋਵੇ, ਜਾਂ ਫਿਰ ਤੁਹਾਡੀ ਇਸ ਪੱਤਰਕਾਰੀ ਦੀ ਵਜ੍ਹਾ ਕਰਕੇ ਜਿਹੜੀ ਆ ਉਹ ਸਮਾਜ ਦੇ ਵਿੱਚ ਦੰਗੇ ਭੜਕਣ ਦੀ ਨੌਬਤ ਆ ਸਕਦੀ ਆ। ਤੁਹਾਡੀ ਇਸ ਵਜ੍ਹਾ ਕਰਕੇ ਹੋ ਸਕਦਾ ਹੈਗਾ ਕਿ ਹਿੰਸਾ ਦੀਆਂ ਕਾਰਵਾਈਆਂ ਵੱਧ ਜਾਣ, ਜਾਂ ਫਿਰ ਤੁਹਾਡੀ ਜਿਹੜੀ ਚਾਪਲੂਸੀ ਵਾਲੀ ਪੱਤਰਕਾਰੀ ਜਾਂ ਮਸਾਲੇ ਵਾਲੀ ਚਟਪਟੀਆਂ ਖਬਰਾਂ ਨੂੰ ਲਬੇੜ ਕੇ ਜਿਹੜੀ ਬੋਲਣ ਵਾਲੀ ਜਿਹੜੀ ਪੱਤਰਕਾਰੀ ਆ ਉਹ ਕੋਈ ਚੰਗੀ ਨਾ ਹੋ ਕੇ ਤੇ ਉਹ ਸਮਾਜ ਦੇ ਵਿੱਚ ਵੱਡਾ ਬਖੇੜਾ ਖੜਾ ਕਰੇ। ਇਹ ਚੀਜ਼ਾਂ ਸੋਚਣ ਵਾਲੀਆਂ। ਦੌਰ ਅਖਬਾਰੀ ਪੱਤਰਕਾਰੀ ਦੀ ਦੌਰ ਕਰਦੇ ਹੈਗੇ ਆ। ਦੇਸ਼ ਆਜ਼ਾਦੀ ਤੋਂ ਪਹਿਲਾਂ ਵੇਲੇ ਦੀ ਪੱਤਰਕਾਰੀ ਚੱਲਦੀ ਆ ਰਹੀ ਆ, ਔਰ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਜਾਂ ਵਿਦੇਸ਼ਾਂ ਵਿੱਚ ਤਾਂ ਕਈ ਸਦੀਆਂ ਪਹਿਲਾਂ ਤੋਂ ਹੀ ਪੱਤਰਕਾਰੀ ਦਾ ਜਿਹੜਾ ਕੰਮ ਸੀਗਾ ਉਹ ਸ਼ੁਰੂ ਸੀਗਾ। ਲਿਖਤੀ ਰੂਪ ਦੇ ਵਿੱਚ ਪੱਤਰਕਾਰੀ ਕੀਤੀ ਜਾਂਦੀ ਸੀ, ਪੱਤਰ ਭੇਜੇ ਜਾਂਦੇ ਸੀ, ਉਹਦੇ ਵਿੱਚ ਖਬਰ ਜਿਹੜੀ ਸੀ ਜਾਣਕਾਰੀ ਬਾਬਤ ਛਾਪੀ ਜਾਂਦੀ ਸੀ। ਅੰਗਰੇਜ਼ਾਂ ਦੇ ਸਮੇਂ ਵਿੱਚ ਅਸੀਂ ਦੇਖਿਆ ਹੈ ਕਿ ਸਾਡੇ ਅਖਬਾਰਾਂ ਦੀ ਜਿਹੜੀ ਆ ਉਹ ਵੱਡੀ ਭੂਮਿਕਾ ਰਹੀ ਆ, ਪੱਤਰਕਾਰਾਂ ਦੀ ਵੱਡੀ ਭੂਮਿਕਾ ਰਹੀ ਆ। ਤੇ ਉਸ ਤੋਂ ਬਾਅਦ ਦੇਖਦਿਆਂ ਜਦੋਂ ਰੇਡੀਓ ਦਾ ਦੌਰ ਆਇਆ, ਰੇਡੀਓ ਦੇ ਜ਼ਰੀਏ ਵੀ ਰੇਡੀਓ ਦੇ ਪੱਤਰਕਾਰ ਵੀ ਸੀਗੇ, ਉਤੋਂ ਵੀ ਪੱਤਰਕਾਰੀ ਕੀਤੀ ਜਾਂਦੀ ਰਹੀ ਆ। ਫਿਰ ਅਖਬਾਰ ਵੱਡੇ, ਮੈਗਜ਼ੀਨ ਵੱਡੇ, ਫਿਰ ਟੈਲੀਵਿਜ਼ਨ ਦਾ ਦੌਰ ਆਇਆ। ਟੈਲੀਵਿਜ਼ਨ ਤੋਂ ਅਸੀਂ ਵੇਖਦੇ ਅੱਜ ਅਸੀਂ ਉਹੋ ਜਿਹੇ ਯੁੱਗ 'ਚ ਆ ਗਏ ਹਾਂ ਜਿੱਥੇ ਹੁਣ ਸੋਸ਼ਲ ਮੀਡੀਆ ਵੀ ਪੱਤਰਕਾਰੀ ਦੇ ਵਿੱਚ ਇੱਕ ਵੱਡਾ ਮੁਕਾਮ ਰੱਖਦਾ ਹੈ। ਪਰ ਇਸ ਸੋਸ਼ਲ ਮੀਡੀਆ ਦੀ ਪੱਤਰਕਾਰੀ ਦੇ ਵਿੱਚ ਇੱਕ, ਜਾਂ ਫਿਰ ਜਿਵੇਂ ਕਿ ਪੰਜਾਬ ਵਿੱਚ ਅਸੀਂ ਬੈਠੇ ਹਾਂ ਅਤੇ ਸਾਡੇ ਜਿਹੜੀ ਨੈਸ਼ਨਲ ਮੀਡੀਆ ਅਸੀਂ ਉਹਦੀਆਂ ਹਰਕਤਾਂ ਕਈ ਵਾਰੀ ਨੋਟ ਕਰਦੇ ਹਾਂ ਕਿ ਪੱਤਰਕਾਰੀ ਤਾਂ ਜਿਹੜੀ ਉਹ ਨਿਰਪੱਖ ਹੋਣੀ ਚਾਹੀਦੀ ਆ, ਪਰ ਪੱਤਰਕਾਰੀ ਨਿਰਪੱਖ ਨਹੀਂ ਹੋ ਰਹੀ, ਕਿਉਂਕਿ
ਇੱਥੇ ਅੱਜ ਦੀ ਜਿਹੜੀ ਪੱਤਰਕਾਰੀ ਉਹਨੂੰ ਅਸੀਂ ਪੀਲੀ ਪੱਤਰਕਾਰੀ ਕਹਾਂਗੇ। ਬਹੁਤੇ ਜਿਹੜੇ ਚੈਨਲ ਆ, ਬਹੁਤੇ ਜਿਹੜੇ ਅਖਬਾਰ ਆ, ਬਹੁਤੇ ਜਿਹੜੇ ਮੈਗਜ਼ੀਨ ਉਹ ਪੀਲੀ ਪੱਤਰਕਾਰੀ ਜਾਂ ਉਹ ਪੱਤਰਕਾਰ ਆ ਉਹ ਕਰਦੇ ਨਜ਼ਰ ਆਉਂਦੇ ਆ। ਕਰਦੇ ਕੀ ਆ, ਜਾਂ ਤਾਂ ਫਿਰ ਨਿਰਪੱਖ ਹੋ ਕੇ ਜਿਹੜੀ ਪੱਤਰਕਾਰੀ ਕਰਨੀ ਚਾਹੀਦੀ ਉਹ ਕਰ ਨਹੀਂ ਰਹੇ, ਇੱਕ ਦਾ ਜਿਹੜਾ ਪੱਖ ਆ ਉਹ ਪੇਸ਼ ਕਰ ਰਹੇ ਆ, ਇੱਕੋ ਚੀਜ਼ ਦਿਖਾ ਰਹੇ ਆ। ਕਹਿੰਦੇ ਆ ਕਿ ਇੱਕ ਤਸਵੀਰ ਦੇ ਦੋ ਪੱਖ ਹੁੰਦੇ ਆ, ਦੋਨੇ ਪੱਖ। ਮੈਂ ਅਗਰ ਇਸ ਤਰੀਕੇ ਨਾਲ ਗੱਲ ਕਹਾਂ ਕਿ ਦੋਨੇ ਪੱਖਾਂ ਤੋਂ ਹੀ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਹੈ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਿਰਫ ਸਾਨੂੰ ਇੱਕ ਪੱਖ ਦਿਖਾਇਆ ਜਾਂਦਾ ਹੈਗਾ। ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ, ਜਿਵੇਂ ਹੁਣ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰ ਦਿੰਦੇ ਹਾਂ, ਨੈਸ਼ਨਲ ਮੀਡੀਆ ਜਿਹੜਾ ਸੀਗਾ ਉਹ ਕੂਕ ਕੇ ਚੀਕਾਂ ਮਾਰ ਕੇ ਕਿਸਾਨਾਂ ਨੂੰ ਦੋਸ਼ੀ ਗਰਦਾਨ ਰਿਹਾ ਸੀਗਾ, ਕਿਸਾਨਾਂ ਦੇ ਉੱਤੇ ਇੰਨੇ ਬਲੇਮ ਲਗਾ ਰਿਹਾ ਸੀਗਾ, ਤੇ ਇਹ ਨਹੀਂ ਪਤਾ ਕਿ ਉਹ ਕਿਸਾਨ ਕਿਸ ਬਾਬਤ ਜਿਹੜੇ ਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ 1.5 ਸਾਲ ਬੈਠੇ ਰਹੇ ਆ, ਤੇ ਕਿਸ ਤਰੀਕੇ ਉਹਨਾਂ ਨੇ, ਕਈਆਂ ਨੇ ਆਪਣੀਆਂ ਕੀਮਤੀ ਜਾਨਾਂ ਵੀ ਜਿਹੜੀਆਂ ਸੀਗੀਆਂ ਉੱਥੇ ਗਵਾ ਲਈਆਂ। ਪਰ ਨੈਸ਼ਨਲ ਮੀਡੀਆ ਦੀ ਕੀ ਭੂਮਿਕਾ ਰਹੀ ਆ ਉਹ ਸਾਡੇ ਸਾਹਮਣੇ ਹੀ ਉਹਨਾਂ ਦੀਆਂ ਜਿਹੜੀਆਂ ਹਰਕਤਾਂ ਸੀਗੀਆਂ ਅਸੀਂ ਦੇਖੀਆਂ। ਦੂਸਰੇ ਪਾਸੇ ਕਈ ਵਾਰੀ ਬਹੁਤ ਸਾਰੇ ਖਬਰਾਂ ਜਿਹੜੀਆਂ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਉੱਤੇ, ਕਈ ਵਾਰੀ ਅਸੀਂ ਸਾਹਮਣੇ ਜਦੋਂ ਕੋਈ ਥੰਬਨੇਲ ਦੇਖਦੇ ਹਾਂ, ਆਮ ਤੌਰ 'ਤੇ ਕਿਸੇ ਵੀ ਖਬਰ, ਕਿਸੇ ਵੀ ਸੋਸ਼ਲ ਮੀਡੀਆ ਦੀ ਖਬਰ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਦਾ ਜਿਹੜਾ ਥੰਬਨੇਲ ਲੱਗਿਆ ਹੁੰਦਾ ਨਾ, ਥੰਬਨੇਲ ਦੇ ਉੱਤੇ ਇੰਨੇ ਚਟਕਾਰੇ ਤੇ ਇੰਨੇ ਮਸਾਲੇ ਲਾਏ ਹੁੰਦੇ ਆ ਕਿ ਅਸੀਂ ਭੱਜ ਕੇ ਜਦੋਂ ਖਬਰ ਖੋਲ੍ਹਦੇ ਹਾਂ ਤੇ ਅੰਦਰ ਉਹ ਖਬਰ ਹੁੰਦੀ ਹੀ ਨਹੀਂ, ਸਿਰਫ ਤੇ ਸਿਰਫ ਵਿਊ ਲੈਣ ਦੀ ਖਾਤਰ। ਔਰ ਕਈ ਵਾਰੀ ਇਸ ਤਰੀਕੇ ਦੀ ਘਟੀਆ ਜਿਹੜੀ ਸ਼ਬਦਾਵਲੀ ਵਰਤੀ ਹੁੰਦੀ ਹੈ, ਕਈ ਵਾਰੀ ਇੰਨੀ ਕੁ ਘਟੀਆ ਕਿਸਮ ਦੀ ਵਿੱਚ ਪੱਤਰਕਾਰਤਾ ਕੀਤੀ ਹੁੰਦੀ ਆ, ਵਰਡਿੰਗ ਬੋਲੀ ਹੁੰਦੀ ਆ ਕਿ ਸਾਡੇ ਸੁਣਨ ਦੇ ਕਾਬਿਲ ਵੀ ਨਹੀਂ ਹੁੰਦੀ ਗੀ, ਤੇ ਇੰਨੇ ਕੁ ਮਸਾਲੇ ਲਾਏ ਹੁੰਦੇ ਆ ਕਿ ਜਦੋਂ ਅਸਲੀ ਤੱਥ ਸਾਹਮਣੇ ਆਉਂਦਾ, ਅਸਲੀ ਪੜਚੋਲ ਜਦੋਂ ਸਾਹਮਣੇ ਆਉਂਦੀ ਆ ਤੇ ਉਦੋਂ ਪਤਾ ਲੱਗਦਾ ਵੀ ਇਹ ਰਾਈ ਦਾ ਪਹਾੜ ਬਣਾਤਾ। ਹੋਣਾ ਕੀ ਚਾਹੀਦਾ ਸੀ ਤੇ ਹੋ ਕੀ ਗਿਆ ਆ। ਇਹ ਮੁੱਦਾ ਕਿਉਂ ਚੁੱਕਿਆ ਆ, ਇਸ ਦੇ ਉੱਤੇ ਗੱਲ ਕਰਦੇ ਆ ਕਿ ਪੱਤਰਕਾਰ, ਚਿੰਤਕ ਤੇ ਸਮਾਜਿਕ ਕਾਰਕੁਨ ਪੀ ਸਾਈਨਾਥ ਨੇ ਕਿਹਾ ਕਿ ਪੱਤਰਕਾਰਾਂ ਦਾ ਕੰਮ ਸਰਕਾਰਾਂ ਸਾਹਮਣੇ ਅਸਲੀ ਸੱਚਾਈ ਨੂੰ ਪੇਸ਼ ਕਰਨਾ ਹੁੰਦਾ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਮੀਡੀਆ ਰਿਪੋਰਟਾਂ ਦੇ ਆਧਾਰ ਦੇ ਉੱਤੇ ਸਮਾਜ ਦੀਆਂ ਕਮੀਆਂ ਨੂੰ ਦੂਰ ਕਰਨਾ ਹੁੰਦਾ। ਪਰ ਅੱਜ ਦੇਸ਼ ਦੇ ਮੀਡੀਆ ਘਰਾਣਿਆਂ ਤੇ ਕਾਰਪੋਰੇਟ ਘਰਾਣੇ ਕਬਜ਼ਾ ਕਰ ਰਹੇ ਨੇ, ਜਿਸ ਨਾਲ ਲੋਕਾਂ ਦੀ ਆਵਾਜ਼ ਬਣਨ ਵਾਲਾ ਮੀਡੀਆ ਸਿਰਫ ਵਪਾਰ ਦਾ ਸਾਧਨ ਬਣ ਕੇ ਰਹਿ ਗਿਆ। ਉਹਨਾਂ ਨੇ ਕਿਹਾ ਆ ਕਿ ਅਜੋਕੇ ਸਮੇਂ ਵਿੱਚ ਇੱਕ ਆਜ਼ਾਦ ਮੀਡੀਆ ਦੀ ਲੋੜ ਹੈ ਜੋ ਕਾਰਪੋਰੇਟ ਦੇ ਗਲਬੇ ਨੂੰ ਤੋੜ ਕੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਸਭ ਦੇ ਸਾਹਮਣੇ ਰੱਖੇ। ਕੌਮੀ ਪ੍ਰੈਸ ਦਿਹਾੜੇ ਦੇ ਉੱਤੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਮੈਗਸੈਸੇ ਅਵਾਰਡੀ ਪੀ ਸਾਈਨਾਥ ਉਹਨਾਂ ਨੇ ਕਿਹਾ ਆ ਕਿ ਪ੍ਰੈਸ ਫਰੀडम ਇੰਡੈਕਸ ਦੀ ਰਿਪੋਰਟ ਵਿੱਚ ਭਾਰਤ ਜਿਹੜਾ ਆ ਉਹ ਪਛੜਦਾ ਜਾ ਰਿਹਾ ਹੈ। ਇਹ ਅਸੀਂ ਤਾਂ ਗੱਲਾਂ ਛੇੜੀਆਂ ਆ, ਮੈਂ ਇਸ ਤੇ ਤਾਂ ਪੀ ਸਾਈਨਾਥ ਦਾ ਹਵਾਲਾ ਦੇ ਰਿਹਾ ਕਿਉਂਕਿ ਵਾਕਈ ਸਾਡਾ ਜਿਹੜਾ ਮੀਡੀਆ ਆ ਉਹ ਇਸ ਪੱਖ ਦੇ ਵਿੱਚ ਕੁਰਾਹੇ ਪਿਆ ਹੋਇਆ। ਔਰ ਜੋ ਕਈ ਚੈਨਲ ਇਹੋ ਜਿਹੇ ਜਿਹੜੇ ਨਿਰਪੱਖਤਾ ਦੀ ਗੱਲ ਕਰਦੇ ਬਾਅਦ ਵਿੱਚ ਫਿਰ ਉਹ ਵਿਕ ਜਾਂਦੇ ਹੈਗੇ ਆ, ਉਹਨਾਂ ਦੇ ਜ਼ਮੀਰ ਮਰ ਜਾਂਦੇ ਆ, ਉਹ ਸੱਚ ਬੋਲਣਾ ਹੀ ਬੰਦ ਕਰ ਦਿੰਦੇ ਆ, ਸੱਚ ਵਿਖਾਉਣਾ ਹੀ ਬੰਦ ਕਰ ਦਿੰਦੇ ਆ। ਇਹ ਹਾਲਾਤ ਬਣਦੇ ਆ। ਭਾਰਤ ਕਿਸੇ ਸਮੇਂ 180 ਦੇਸ਼ਾਂ ਦੇ ਵਿੱਚੋਂ ਮੀਡੀਆ ਦੇ ਮਾਮਲੇ ਵਿੱਚ 94 ਨੰਬਰ ਤੇ ਹੁੰਦਾ ਸੀ, ਪਰ ਕੇਂਦਰ 'ਚ ਭਾਜਪਾ ਦੀ ਸਰਕਾਰ ਮਗਰੋਂ ਸਾਲ 2014 ਤੋਂ ਹੀ ਦੇਸ਼ ਵਿੱਚ ਪ੍ਰੈਸ ਦੀ ਆਜ਼ਾਦੀ ਖਤਮ ਹੋਣ ਲੱਗ ਪਈ ਸੀ ਅਤੇ ਇਹ ਦਸਤੂਰ ਹਾਲੇ ਵੀ ਜਾਰੀ ਹੈ। ਉਹਨੇ ਕਿਹਾ ਕਿ ਸਾਲ 2021 ਵਿੱਚ ਭਾਰਤ 192ਵੇਂ ਨੰਬਰ ਤੇ ਸੀ, ਜੋ ਸਾਲ 2022 ਦੇ ਵਿੱਚ 150ਵੇਂ ਨੰਬਰ ਤੇ ਪਹੁੰਚ ਗਿਆ ਹੈ। ਉੱਘੇ ਪੱਤਰਕਾਰ ਨੇ ਇਹ ਵੀ ਗੱਲ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ 700 ਤੋਂ ਵੱਧ ਪੱਤਰਕਾਰਾਂ ਦੀ ਮੌਤ ਹੋ ਗਈ, ਪਰ ਮ੍ਰਿਤਕ ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਨਹੀਂ ਮਿਲਿਆ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਸਿਰਫ ਦੇਸ਼ ਵਿੱਚ ਹਿੰਦੂਤਵ ਦੀ ਸਿਆਸਤ ਨੂੰ ਲਾਗੂ ਕਰਨ ਲੱਗੀ ਹੋਈ ਹੈ। ਵੈਸੇ ਅਸੀਂ ਦੇਖਿਆ ਕਿ ਕੌਮੀ ਮੀਡੀਆ ਜਿਹੜਾ ਆ ਤਕਰੀਬਨ ਕੋਈ ਨਿਰਪੱਖ ਨਹੀਂ ਹੈਗਾ। ਜਿਸ ਤਰੀਕੇ ਦੀਆਂ ਉਹ ਖਬਰਾਂ ਜੋ ਕੁਛ ਉਹ ਦਿਖਾਉਂਦੇ ਆ, ਜੋ ਹਕੂਮਤ ਕਹਿੰਦੀ ਆ ਉਹ ਦਿਖਾ ਰਹੇ। ਨਿਰਪੱਖਤਾ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤੇ ਉਸ ਵੱਲੋਂ ਹਰ ਪਾਸੇ ਹਿੰਦੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਅਤੇ ਸਰਕਾਰ ਵਿਰੋਧੀ ਫੈਸਲੇ ਲਏ ਜਾ ਰਹੇ ਨੇ। ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਬਰਾਬਰ ਆ, ਜਿਨ੍ਹਾਂ ਨੂੰ ਸਰਕਾਰ ਵੱਲੋਂ ਬਰਾਬਰ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਸਾਈਨਾਥ ਨੇ ਕਿਹਾ ਕਿ ਪੱਤਰਕਾਰਾਂ ਦੇ ਹੱਕਾਂ ਨੂੰ ਅੱਜ ਜਿਹੜਾ ਆ ਉਹ ਦਬਾਇਆ ਜਾ ਰਿਹਾ, ਜਿਸ ਖਿਲਾਫ ਪੱਤਰਕਾਰ ਜਥੇਬੰਦੀਆਂ ਨੂੰ ਮਜ਼ਬੂਤ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਜਿਹੜੇ ਬਲਵਿੰਦਰ ਸਿੰਘ ਜੰਮੂ, ਪ੍ਰਧਾਨ ਬਲਵੀਰ ਸਿੰਘ ਜੰਡੂ ਤੇ ਦੇਸ਼ ਵਿੱਚ ਮੀਡੀਆ ਕਮਿਸ਼ਨ ਅਤੇ ਜਰਨਲਿਸਟ ਐਕਟ ਬਣਾਉਣ ਦੀ ਮੰਗ ਜਿਹੜੀ ਆ ਉਹ ਵੀ ਕੀਤੀ ਗਈ ਆ। ਔਰ ਇਸ ਮੌਕੇ ਜਿਹੜੇ ਸੀਗੇ ਉੱਘੇ ਦੇਸ਼ ਦੇ ਪੱਤਰਕਾਰ ਜਿਹੜੇ ਨੇ ਸ਼ਾਮਿਲ ਹੋਏ ਨੇ।
ਇੱਥੇ ਇੱਕ ਗੱਲ ਕਹਿਣੀ ਬਣਦੀ ਹੈ ਕਿ ਕੌਮੀ ਪ੍ਰੈਸ ਦਿਹਾੜੇ ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੀ ਬੋਲੇ ਆ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਰਹੀ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਪੱਤਰਕਾਰਾਂ ਨੇ ਬਿਨਾਂ ਕਿਸੇ ਡਰ ਤੋਂ ਅੰਗਰੇਜ਼ਾਂ ਖਿਲਾਫ ਮੁਹਿੰਮ ਵਿੱਢੀ ਸੀ। ਮੌਜੂਦਾ ਸਮੇਂ ਵਿੱਚ ਵੀ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ ਭੈਂ ਤੋਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਨਿਰਪੱਖ ਪੱਤਰਕਾਰੀ ਕਰਨੀ ਚਾਹੀਦੀ ਹੈ। ਕਿੱਡੀਆਂ ਵੱਡੀਆਂ ਗੱਲਾਂ ਨੇ ਕਿ ਪੱਤਰਕਾਰਤਾ ਅੱਜ ਕਿਸ ਪਾਸੇ ਨੂੰ ਤੁਰ ਪਈ ਹੈ। ਇਸ ਲਈ ਲੋੜ ਹੈ ਕਿ ਪੱਤਰਕਾਰ ਜਿਹੜੇ ਆ ਉਹਨਾਂ ਨੂੰ ਸੰਜੀਦਾ ਹੋਣਾ ਪਊਗਾ, ਉਹਨਾਂ ਨੂੰ ਜਿਹੜੀ ਆ ਚਾਪਲੂਸੀਆਂ ਵਾਲੀ ਪੱਤਰਕਾਰੀ ਛੱਡਣੀ ਪਊਗੀ, ਉਹਨਾਂ ਨੂੰ ਵਿਕਣ ਵਾਲੀ ਪੱਤਰਕਾਰੀ ਛੱਡਣੀ ਪਊਗੀ। ਪੱਤਰਕਾਰ ਨਿਰਪੱਖ ਹੈ ਤੇ ਉਹਨੂੰ ਨਿਰਪੱਖ ਹੋਣਾ ਪਊਗਾ, ਬਿਨਾਂ ਜਿਹੜੀ ਆ ਇਹਨਾਂ ਤਾਕਤਾਂ ਤੋਂ ਡਰਿਆ ਉਹਨੂੰ ਆਪਣੀ ਗੱਲ ਕਹਿਣੀ ਪਊਗੀ। ਹਾਲਾਂਕਿ ਇਸ ਦੇਸ਼ ਵਿੱਚ ਅਸੀਂ ਦੇਖਿਆ ਕਿ ਜਿਸ ਤਰੀਕੇ ਨਾਲ ਪੀ ਸਾਈਨਾਥ ਨੇ ਗੱਲ ਕੀਤੀ ਹੈ ਕਿ ਜਦੋਂ ਦੀ ਭਾਜਪਾ ਸਰਕਾਰ ਸੱਤਾ ਵਿੱਚ ਆਈ ਆ ਉਦੋਂ ਤੋਂ ਬਹੁਤ ਸਾਰੇ ਜਿਹੜੇ ਆ ਮੀਡੀਆ ਆ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਬਹੁਤ ਸਾਰੇ ਪੱਤਰਕਾਰ ਵੀ ਜੇਲ੍ਹਾਂ ਦੇ ਵਿੱਚ ਫੜ ਕੇ ਬੰਦ ਕੀਤੇ ਗਏ ਆ। ਸੱਚ ਉਹਨਾਂ ਨੇ ਬੋਲਿਆ ਸੀਗਾ ਔਰ ਕਹਿੰਦੇ ਆ ਕਿ ਸਮੇਂ ਦੀਆਂ ਹਕੂਮਤਾਂ ਕਈ ਵਾਰੀ ਸੱਚ ਨੂੰ ਪ੍ਰਵਾਨ ਨਹੀਂ ਕਰਦੀਆਂ। ਸੋ ਇਹੋ ਜਿਹਾ ਕੁਝ ਚੱਲਦਾ ਆ ਰਿਹਾ ਔਰ ਜਿੰਨਾ ਚਿਰ ਤੱਕ ਦੇਸ਼ ਦੀ ਪੱਤਰਕਾਰ ਭਾਈਚਾਰਾ ਏਕਾ ਨਹੀਂ ਕਰਦਾ ਔਰ ਜਦੋਂ ਤੱਕ ਨਿਰਪੱਖਤਾ ਨਾਲ ਆਪਣੀ ਪੱਤਰਕਾਰੀ ਨਹੀਂ ਕਰਦਾ ਉਨਾ ਚਿਰ ਤੱਕ ਜਿਹੜਾ ਆ ਪੱਤਰਕਾਰ ਜਿਹੜੀ ਆ ਮਜ਼ਬੂਤ ਨਹੀਂ ਹੋ ਸਕਦੀ, ਪੱਤਰਕਾਰਤਾ ਮਜ਼ਬੂਤ ਨਹੀਂ ਹੋ ਸਕਦੀ। ਇਸ ਲਈ ਲੋੜ ਹੈ ਕਿ ਅਸੀਂ ਪੱਤਰਕਾਰਤਾ ਨੂੰ ਮਜ਼ਬੂਤ ਕਰਨਾ ਆ ਤੇ ਸਾਨੂੰ ਨਿਰਪੱਖ ਹੋ ਕੇ ਪੱਤਰਕਾਰੀ ਕਰਨੀ ਪਊਗੀ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ ਦਿਲਬਾਗ ਸਿੰਘ ਹੋਰਾਂ ਨਾਲ। ਮੇਰਾ ਨਾਮ ਹੈ ਦਿਲਬਾਗ ਸਿੰਘ ਤੇ ਮੈਂ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਟਾਊਨ ਆਟੋ ਬਾਡੀ ਲੈ ਕੇ ਹਾਜ਼ਰ ਹੋਏ ਹਾਂ ਤੇ ਇੱਥੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਰ ਇੱਕ ਬਾਡੀ ਵਰਕ ਕੀਤਾ ਜਾਂਦਾ। ਜੇਕਰ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਤੇ ਤੁਸੀਂ MP ਸਰਟੀਫਾਈਡ ਸ਼ਾਪ ਲੱਭ ਰਹੇ ਹੋ ਤਾਂ ਤੁਹਾਨੂੰ ਕਿਸੇ ਹੋਰ ਜਾਣ ਦੀ ਲੋੜ ਨਹੀਂ ਹੈ। ਤਾਂ ਤੁਸੀਂ ਆਪਣੇ ਸ਼ਹਿਰ ਟਾਊਨ ਆਟੋ ਬਾਡੀ ਸਰਚ ਕਰਕੇ ਆ ਸਕਦੇ ਹੋ, ਜਿਹੜੀ ਕਿ ਤੁਹਾਨੂੰ MPA ਸਰਟੀਫਾਈਡ ਸਾਰਾ ਕੰਮ ਪ੍ਰੋਵਾਈਡ ਕਰਦੀ ਆ। ਇੱਥੇ ਇਹ MPA ਦੇ ਵਿੱਚ ਡਾਇਰੈਕਟ ਬਿਲਿੰਗ, MPA ਸਰਟੀਫਾਈਡ ਹਰ ਤਰ੍ਹਾਂ ਦੇ ਕੰਮ ਲੇਟੈਸਟ ਮਸ਼ੀਨਾਂ ਨਾਲ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਤੇ ਨਾਲ ਹੀ ਨਾਲ ਜਿੰਨਾ ਚਿਰ ਤੁਹਾਡੀ ਗੱਡੀ ਇੱਥੇ ਰਿਪੇਅਰ ਲਈ ਹੋਵੇਗੀ ਤੁਹਾਨੂੰ ਰੈਂਟਲ ਕਾਰ ਪ੍ਰੋਵਾਈਡ ਕੀਤੀ ਜਾਵੇਗੀ, ਜਿਹੜੀ ਕਿ ਇੱਕੋ ਹੀ ਜਗ੍ਹਾ ਤੋਂ ਤੁਹਾਨੂੰ ਮਿਲੇਗੀ। ਰੈਂਟਲ ਕਾਰ ਨਾ ਕਿ ਬਲਕਿ ਵਿਨੀਪੈਗ ਸਗੋਂ ਦੀ ਅਸੀਂ ਬ੍ਰੈਂਡਨ ਵਿੱਚ ਵੀ ਪ੍ਰੋਵਾਈਡ ਕਰਦੇ ਹਾਂ। ਉਹ ਤੁਹਾਡੇ ਕੋਲ MPA ਕਲੇਮ ਆ, ਅਸੀਂ MPA ਸਰਟੀਫਾਈਡ ਆ। ਸੋ MPA ਕਲੇਮ ਦੇ ਵਿੱਚ ਸਿੱਧਾ ਡਾਇਰੈਕਟ ਬਿਲ ਕਰਦੇ ਆ MPI ਨੂੰ। ਜੇ ਤੁਸੀਂ ਪ੍ਰਾਈਵੇਟ ਗੱਡੀ ਲੈਣੀ ਆ ਇਨ ਪ੍ਰੋਵਿੰਸ ਆਊਟ ਆਫ ਪ੍ਰੋਵਿੰਸ ਅਸੀਂ ਸਭ MP ਨਾਲ ਡਾਇਰੈਕਟ ਕਰਦੇ ਆ। ਤੁਸੀਂ ਪ੍ਰਾਈਵੇਟ ਵੀ ਸਾਡੇ ਤੋਂ ਗੱਡੀ ਲੈ ਸਕਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।